ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਕਿਸਾਨਾਂ ਦੇ ਸੰਬੰਧ ਦੇ ਵਿੱਚ ਜੋ ਕੁਝ 26 ਤਰੀਕ ਨੂੰ ਦਿੱਲੀ ਦੇ ਵਿੱਚ ਹੋਇਆ ਉਸ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵੇਲੇ ਮੌਜੂਦ ਨੇ ਦਲ ਖਾਲਸਾ ਦੇ ਸਪੋਕਸਪਰਸਨ ਭਾਈ ਕੰਵਰਪਾਲ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਸ ਦਿਨ ਕੀ ਕੁਝ ਵਾਪਰਿਆ ਤੇ ਇੱਕ ਨੌਜਵਾਨ ਜਿਸ ਦੀ ਉੱਥੇ ਸ਼ਹਾਦਤ ਵੀ ਹੋਈ ਉਸ ਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੋ 26 ਤਰੀਕ ਨੂੰ ਉੱਤੇ ਹੋਇਆ, ਜਿਵੇਂ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਝੰਡਾ ਆ ਉਹ ਵੀ ਲਹਿਰਾਇਆ ਗਿਆ ਜਾਂ ਉੱਥੇ ਜੋ ਕੁਝ ਵੀ ਪੁਲਿਸ ਨੇ ਵੀ ਤਸ਼ੱਦਦ ਕੀਤਾ, ਉਸ ਸੰਬੰਧ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਲਾਲ ਕਿਲ੍ਹੇ ਦੇ ਉੱਤੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ ਜੀ ਇਹ ਸਿੱਖਾਂ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਹੈ। ਜੀ ਇਸ ਨੂੰ ਤੂਲ ਦੇਣਾ, ਵਧਾ ਚੜਾ ਕੇ ਗੱਲ ਕਰਨੀ, ਇਹ ਮੰਦਭਾਵਨਾ ਹੈ। ਜੀ ਅਸੀਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਰ-ਬਾਰ ਕਹਿ ਰਹੇ ਨੇ ਕਿ ਤਿਰੰਗੇ ਦਾ ਅਪਮਾਨ ਹੋਇਆ, ਜੀ ਮੈਂ ਇੱਕ ਗੱਲ ਬੜੀ ਸਪਸ਼ਟ ਕਰਨਾ ਚਾਹੁੰਦਾ, ਬੇਸ਼ੱਕ ਤਿਰੰਗਾ ਉਹਨਾਂ ਦਾ ਹੈ, ਜੀ ਕਿਉਂਕਿ ਅਸੀਂ ਉਸ ਨੂੰ ਆਪਣਾ ਨਹੀਂ ਮੰਨਦੇ, ਇਸ ਕਰਕੇ ਕਿ ਇਸ ਤਿਰੰਗੇ ਦੀ ਸ਼ੈਡੋ ਹੇਠ 20,000 ਤੋਂ ਵੱਧ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਗਏ ਨੇ। ਜੀ ਪਰ ਮੈਂ ਫਿਰ ਵੀ ਨਰਿੰਦਰ ਮੋਦੀ ਜੀ ਨੂੰ ਜਵਾਬ ਦੇਣਾ ਚਾਹੁੰਦਾ ਕਿ ਅਸੀਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਕੀਤਾ। ਜੀ ਤੁਸੀਂ ਝੂਠ ਨਾ ਬੋਲੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਅਸੀਂ ਆਪਣੇ ਝੰਡੇ ਦਾ ਸਤਿਕਾਰ ਕੀਤਾ। ਜੀ ਸੋ ਨਿਸ਼ਾਨ ਸਾਹਿਬ ਚਲਾਉਣਾ ਇਹ ਸਾਡੇ ਜਜ਼ਬਾਤਾਂ ਦਾ ਪ੍ਰਗਟਾਵਾ ਸੀ ਤੇ ਨਾਲ ਦੇ ਨਾਲ ਮੋਦੀ ਦੀ ਹਿੰਦੂ ਰਾਸ਼ਟਰ ਦੀ ਪੋਲਿਟਿਕਸ ਨੂੰ ਸਾਡਾ ਜਵਾਬ ਸੀ, ਪੰਜਾਬ ਦਾ ਜਵਾਬ ਸੀ। ਜੀ ਦੂਸਰੀ ਗੱਲ, ਲਾਲ ਕਿਲ੍ਹੇ ਕਿਵੇਂ ਪਹੁੰਚੇ, ਲਾਲ ਕਿਲ੍ਹੇ ਦਾ ਪ੍ਰੋਗਰਾਮ ਕਿਵੇਂ ਬਣਿਆ, ਜੀ ਲਾਲ ਝੰਡਾ ਚਲਾਉਣ ਦੀ ਜਿਹੜਾ ਬ੍ਰੇਨ ਚਾਈਲਡ ਸੀ ਕਿਹਦਾ ਸੀ, ਜੀ ਇਹ ਪੋਸਟਮਾਰਟਮ ਆਪਾਂ ਬਾਅਦ ਚ ਕਰਾਂਗੇ, ਜੀ ਹਾਲੀ ਕਰਨ ਦਾ ਮੌਕਾ ਨਹੀਂ ਹੈ। ਜੀ ਕਿਵੇਂ ਪਹੁੰਚ ਗਏ। ਪਰ ਰਾਜੇਵਾਲ ਸਾਹਿਬ ਜਿਹੜੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਬੁਲਾਰਿਆਂ 5 ਬੁਲਾਰਿਆਂ ਦੇ ਵਿੱਚੋਂ ਇੱਕ ਨੇ, ਉਹਨਾਂ ਵੱਲੋਂ ਉਸੇ ਵੇਲੇ ਹੀ ਝੱਟ ਦੇਣੀ ਬਿਆਨ ਦੇ ਦਿੱਤਾ ਗਿਆ ਕਿ ਇਹ ਪੰਜਾਬ ਦੇ ਗਦਾਰ ਨੇ ਜਿਹੜੇ ਲਾਲ ਕਿਲ੍ਹੇ ਵਾਲੇ ਪਾਸੇ ਗਏ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇੱਦਾਂ ਸੂਝਵਾਨ ਕਿਸਾਨ ਅੰਦੋਲਨ ਦਾ ਸੰਚਾਲਕ ਜੀ ਇਸ ਤਰ੍ਹਾਂ ਦੇ ਬਿਆਨ ਦੇਵੇ ਔਰ ਜਿਨ੍ਹਾਂ ਨੇ ਝੰਡਾ ਚਲਾਇਆ ਹੋਵੇ ਜਾਂ ਜਿਨ੍ਹਾਂ ਨੇ ਉਹਨਾਂ ਤੋਂ ਵੱਖਰੀ ਰਾਏ ਰੱਖੀ ਹੋਵੇ ਉਹਨਾਂ ਨੂੰ ਉਹ ਗੱਦਾਰ ਸ਼ਬਦ ਦੇ ਨਾਲ ਸਨਮਾਨ ਕਰੇ। ਜੀ ਗੱਦਾਰ ਕੋਈ ਨਹੀਂ ਹੈ। ਜੀ ਰਾਹ ਵੱਖਰੇ ਵੱਖਰੇ ਸੀ ਔਰ ਇਹ ਇੱਕ ਸ਼ਾਮ ਪਹਿਲਾਂ ਹੀ ਤੈਅ ਹੋ ਗਿਆ ਸੀ। ਜੀ ਮੈਂ ਵੀ ਸਮਝਦਾ ਕਿ 25 ਸ਼ਾਮ ਨੂੰ ਜੋ ਕੁਝ ਹੋਇਆ ਉਸਨੇ 26 ਦਾ ਮੁੱਢ ਬੰਨਿਆ, ਇਹ ਮੈਂ ਵੀ ਸਮਝਦਾ। ਜੀ ਇਸ ਤੋਂ ਵੱਧ ਵੀ ਮੈਂ ਸਮਝ ਰਿਹਾ ਕਿ 25 ਸ਼ਾਮ ਨੂੰ ਕਿਵੇਂ ਦੋ ਹਿੱਸਿਆਂ 'ਚ ਵੰਡਿਆ ਗਿਆ ਅੰਦੋਲਨ, ਕਿਵੇਂ ਦੋ ਫੜ ਹੋਏ, ਕਿਵੇਂ ਵੱਖਰੀਆਂ ਸੁਰਾਂ ਹੋਈਆਂ, ਇਹ ਅਸੀਂ ਸਮਝ ਰਹੇ ਹਾਂ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੋਸਟਮਾਰਟਮ ਕਰਾਂਗੇ, ਜਿਨ੍ਹਾਂ ਨੇ ਜੋ ਰੋਲ ਪਲੇ ਕੀਤਾ ਦੁਨੀਆ ਦੇ ਸਾਹਮਣੇ ਲਿਆਵਾਂਗੇ। ਪਰ ਅੰਦੋਲਨ ਜਿੱਤਣ ਤੋਂ ਬਾਅਦ ਇਸ ਵੇਲੇ ਜੇ ਅਸੀਂ ਆਪਣੇ ਤਾਨੋ ਮੈਨੀ ਹੋ ਗਏ, ਇੱਕ ਦੂਜੇ ਤੇ ਦੂਸ਼ਣ ਲਾਣੇ ਸ਼ੁਰੂ ਕਰ ਦਿੱਤੇ, ਉਹ ਅੰਦੋਲਨ ਲਈ ਬਹੁਤ ਮਾੜਾ ਹੋਏਗਾ, ਜਿਹੜਾ ਕਿ ਇਹ ਦੋਵੇਂ ਧਿਰਾਂ ਕਰ ਰਹੀਆਂ ਨੇ। ਇੱਕ ਪੰਨੂ ਗਰੁੱਪ ਤੇ ਰਾਜੇਵਾਲ ਗਰੁੱਪ। ਸ਼ੁਰੂਆਤ ਰਾਜੇਵਾਲ ਗਰੁੱਪ ਨੇ ਕੀਤੀ, ਬਹੁਤ ਮਾੜਾ ਬੋਲੇ ਨੇ, ਪੰਨੂ ਉਹਨਾਂ ਨੇ ਉਹਦਾ ਜਵਾਬ ਦਿੱਤਾ। ਪਰ ਮੈਂ ਸਮਝਦਾ ਕਿ ਇਸ ਵੇਲੇ ਜਵਾਬ ਦੇਣ ਦਾ ਵੀ ਮੌਕਾ ਨਹੀਂ ਹੈ, ਕਿਉਂਕਿ ਜਵਾਬ ਦੇਣ ਦੇ ਨਾਲ ਵੀ ਗੱਲ ਨੂੰ ਤੂਲ ਮਿਲ ਰਹੀ ਹੈ। ਤੇ ਇਹ ਗੱਲ ਤਾਂ ਦੋਨੇ ਸਮਝਦੇ ਨੇ ਕਿ ਇੰਡੀਆ ਹੈਪੀ ਹੈ, ਗਵਰਨਮੈਂਟ ਹੈਪੀ ਹੈ, ਮੋਦੀ ਹੈਪੀ ਹੈ, ਤੂਮਰ ਹੈਪੀ ਹੈ, ਕਿਉਂਕਿ ਉਹ ਆਪਸ ਵਿੱਚ ਕਿਸਾਨ ਲੜ ਰਹੇ ਨੇ। ਸੋ ਆਪਾਂ ਕੀ ਉਹਨਾਂ ਨੂੰ ਖੁਸ਼ ਕਰਨਾ? ਕਿ ਆਪਾਂ ਇਹ ਚਾਹੁੰਦੇ ਹਾਂ ਕਿ ਉਹ ਖੁਸ਼ ਹੋਣ? ਜੇ ਆਪਾਂ ਨਹੀਂ ਨਾ ਚਾਹੁੰਦੇ ਕਿ ਉਹ ਖੁਸ਼ ਹੋਣ ਤੇ ਆਪਾਂ ਆਪਣੀਆਂ ਜ਼ਬਾਨਾਂ ਬੰਦ ਕਰੀਏ, ਖਾਸ ਤੌਰ ਤੇ ਰਾਜੇਵਾਲ ਕੈਂਪ ਬੰਦ ਕਰੇ। ਉਹਨਾਂ ਦਾ ਤਾਂ ਇੱਕ ਮੇਰੇ ਖਿਆਲ ਕੋਈ ਕਾਮਰੇਡ ਰਜਿੰਦਰ ਹੈ, ਦੀਪ ਸਿੰਘ ਵੀ ਉਹਦਾ ਨਾਂ ਲੱਗਦਾ, ਉਹ ਤਾਂ ਆਪਣੀ ਔਕਾਤ ਤੋਂ ਵੱਧ ਮੂੰਹ ਖੋਲ ਰਿਹਾ। ਕਦੀ ਉਹ ਸਿੱਖ ਜਥੇਬੰਦੀਆਂ ਦੇ ਖਿਲਾਫ ਹੋ ਜਾਂਦਾ ਹੈ, ਕਦੀ ਉਹ ਖਾਲਿਸਤਾਨ ਦੇ ਨਾਂ 'ਤੇ ਪ੍ਰੋਪੇਗੰਡਾ ਗਲਤ ਕਰਦਾ ਹੈ, ਕਦੀ ਉਹ ਜਿਹੜੀ ਸਟੂਡੈਂਟਸ ਆਰਗੇਨਾਈਜੇਸ਼ਨ ਹੈ SFS ਦੇ ਦੁਆਲੇ ਹੋ ਜਾਂਦਾ, ਉਹਨਾਂ ਦੇ ਕੈਡਰ ਦੇ, ਉਹਨਾਂ ਦੇ ਮੈਂਬਰਸ ਦੇ ਦੁਆਲੇ ਭੰਡੀ ਪ੍ਰਚਾਰ ਕਰਦਾ। ਇਹ ਸਾਰਾ ਜਿਹੜਾ ਕੈਂਪ ਹੈ ਨਾ, ਰਾਜੇਵਾਲ ਕੈਂਪ ਹੈ, ਇਹਨੂੰ ਆਪਣੀ ਜ਼ਬਾਨ ਨੂੰ ਲਗਾਮ ਦੇ ਦੇਣਾ ਚਾਹੀਦਾ। ਇਹ ਅੰਦੋਲਨ ਨੂੰ ਦਾ ਨੁਕਸਾਨ ਕਰ ਰਹੇ ਨੇ। ਅਸੀਂ ਰੈੱਡ ਫੋਰਟ ਕਿਵੇਂ ਪਹੁੰਚੇ, ਝੰਡਾ ਕਿਵੇਂ ਚੁੱਲਿਆ, ਕੌਣ ਸੀ, ਕਿਹਦਾ ਕੀ ਰੋਲ ਸੀ, ਇਹ ਗੱਲਾਂ ਹੋ ਜਾਣਗੀਆਂ, ਪਰ ਇਹ ਮਸਲਾ ਹਾਲੀ ਠੰਡੇ ਬਸਤੇ ਪੈ ਜਾਣਾ ਚਾਹੀਦਾ। ਮਸਲੇ ਨੂੰ ਸਮੇਟ ਲੈਣਾ ਚਾਹੀਦਾ ਸੀ। ਸਰਕਾਰ ਦਾ ਪਲੜਾ ਇਸ ਤਰੀਕੇ ਨਾਲ ਸਮਝਦੇ ਹੋ ਕਿ ਭਾਰੀ ਕਰ ਰਹੇ ਆ ਜਾਣਬੁੱਝ ਕੇ? 26 ਤਰੀਕ ਤੋਂ ਬਾਅਦ, 26 ਤਰੀਕ ਤੋਂ ਪਹਿਲਾਂ ਕੀ ਸੀ ਸਿਨੈਰੀਓ? ਅਸੀਂ ਹਮਲਾਵਰ ਸੀ, ਸਰਕਾਰ ਬੈਕਫੁੱਟ ਤੇ ਸੀ, ਸਰਕਾਰ ਤਰਲੇ ਕੱਢ ਰਹੀ ਸੀ, ਇਹ ਲੈ ਲਓ, ਇਹ ਪ੍ਰਪੋਜ਼ਲ ਲੈ ਲਓ, ਇਹ ਪ੍ਰਪੋਜ਼ਲ ਲੈ ਲਓ। ਤੇ 26 ਤੋਂ ਬਾਅਦ ਕੀ ਹੋਇਆ?
ਸਰਕਾਰ ਹਮਲਾਵਰ ਹੋ ਗਈ, ਉਹਨੇ ਆਪਣੇ ਗੁੰਡੇ ਭੇਜਤੇ, ਭਾਜਪਾ ਭੇਜਤੀ, ਦਿੱਲੀ ਪੁਲਿਸ ਨੂੰ ਕਹਿਤਾ ਕਿ ਇਹਨਾਂ ਦੇ ਡਾਂਗਾ ਫੇਰੋ, ਇਹਨਾਂ ਦੇ ਬੰਦੇ ਗ੍ਰਿਫਤਾਰ ਕਰੋ। ਇਹ ਗ੍ਰਿਫਤਾਰੀਆਂ, ਇਹ ਡਾਂਗਾ, ਇਹ ਭਾਜਪਾ ਦਾ ਗੁੰਡਾਗਰਦੀ, ਇਹ ਸਾਰਾ ਇਸ ਕਰਕੇ ਹੋਇਆ ਕਿ ਅਸੀਂ ਆਪਸ ਵਿੱਚ ਪਾੜ ਗਏ ਹਾਂ। ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਗੱਦਾਰਾਂ ਦੇ ਖਿਤਾਬ ਦੇਣ ਲੱਗ ਪਏ ਹਾਂ। ਕੋਈ ਗੱਦਾਰ ਨਹੀਂ ਹੁੰਦਾ, ਰੋਲ ਹੁੰਦਾ ਆਪਣਾ ਆਪਣਾ, ਕੋਈ ਨੈਗੇਟਿਵ ਪਲੇ ਕਰ ਜਾਂਦਾ, ਕੋਈ ਪੋਜ਼ਿਟਿਵ ਪਲੇ ਕਰ ਜਾਂਦਾ, ਕੋਈ ਆਪਣੇ ਤਰੀਕੇ ਦੇ ਨਾਲ ਕਰਦਾ ਹੈ, ਦੂਜੇ ਨੂੰ ਉਹ ਗਲਤ ਲੱਗ ਰਿਹਾ ਹੁੰਦਾ। ਪਰ ਦੇਖੋ ਪੋਸਟਮਾਰਟਮ ਦੇ ਹੋਣਗੇ, ਜਿਹੜੇ ਸਰਕਾਰੀ ਬੰਦੇ ਤੁਹਾਡੇ ਵਿੱਚ ਘੁਸਪੈਠ ਕਰਦੇ ਨੇ ਉਹ ਹਰ ਮੂਵਮੈਂਟ 'ਚ ਕਰਦੇ ਨੇ। ਇਹ ਕਿੱਦਾਂ ਹੋ ਸਕਦਾ ਸੀਗਾ ਕਿ ਐਡਾ ਵੱਡਾ ਅੰਦੋਲਨ ਹੋਵੇ ਤੇ ਸਰਕਾਰੀ ਬੰਦੇ ਵਿੱਚ ਨਾ ਹੋਣ? ਉਹ ਬਹੁਤ ਪਿਆਰੇ ਤਰੀਕੇ ਦੇ ਨਾਲ ਵਾਈਟ ਕਾਲਰਡ ਬੰਦੇ ਸਾਡੇ ਵਿੱਚ ਹੈਗੇ ਨੇ, ਪਰ ਉਹਨਾਂ ਨੂੰ ਨੰਗਿਆ ਸਮਾਂ ਤੇ ਕਰਾਂਗੇ। ਹੁਣ ਤਾਂ ਚੱਲਣ ਦਿਓ ਨਾ ਅੰਦੋਲਨ, ਹੁਣ ਤਾਂ ਜਿੱਤ ਦਵਾਉਣੀ ਹੈ ਅੰਦੋਲਨ ਨੂੰ। ਇਸ ਵੇਲੇ ਸਰਕਾਰ ਹਮਲਾਵਰ ਹੈ। ਸਰਕਾਰ ਦਾ ਦੇਖੋ ਇੱਕੋ ਇਸ ਵੇਲੇ ਜ਼ੋਰ ਹੈ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਕੇਸਾਂ 'ਚ ਉਲਝਾ ਕੇ, ਡਰਾ ਕੇ ਤੇ ਇਹਨਾਂ ਕੋਲੋਂ ਅਮੈਂਡਮੈਂਟਸ ਤੇ ਸਮਝੌਤਾ ਕਰ ਲਿਆ ਜਾਵੇ। ਤੇ ਅਸੀਂ ਖੜੇ ਹਾਂ ਰਿਪੀਲ ਤੇ, ਕਿਸਾਨ ਖੜਾ ਰਿਪੀਲ ਤੇ, ਪੰਜਾਬ ਖੜਾ ਰਿਪੀਲ ਤੇ। ਟਕੈਤ ਦੇ ਦੋ ਅਥਰੂਆਂ ਨੇ ਪੂਰੀ ਦੀ ਪੂਰੀ ਜਿਹੜੀ ਅੰਦੋਲਨ ਦੀ ਜਿਹੜੀ ਢਹਿੰਦੀ ਕਲਾ ਵੱਲ ਜਾ ਰਹੀ ਸੀ ਉਸ ਨੂੰ ਐਸਾ ਮੋੜਾ ਦਿੱਤਾ ਕਿ ਦੁਬਾਰਾ ਜਿਹੜਾ ਅੰਦੋਲਨ ਪੈਰਾਂ ਸਿਰ ਹੋ ਗਿਆ। ਪਰ ਹੁਣ ਇਹ ਮੈਨੂੰ ਲੱਗਦਾ ਕਿ ਅੰਦੋਲਨ ਵਾਲਿਆਂ ਨੂੰ ਥੋੜ੍ਹਾ ਜਿਹਾ ਸਬਰ ਕਰ ਲੈਣਾ ਚਾਹੀਦਾ। ਫੇਸਬੁੱਕ ਇਸ ਕੰਮ ਲਈ ਨਹੀਂ ਹੁੰਦੀ ਕਿ ਆਪਣੀਆਂ ਸਫਾਈਆਂ ਦਿਓ, ਦੂਜੇ ਨੂੰ ਦੂਸ਼ਣਬਾਜ਼ੀ ਕਰੋ ਤੇ ਆਪਸ ਵਿੱਚ ਊਂ ਹੀ ਲੜੀ ਜਾਓ ਤੇ ਥੱਲੇ ਲਾਈਕ ਵਧਾਈ ਚਲੋ। ਇਹ ਲਾਈਕ ਵਧਾਉਣ ਲਈ ਨਹੀਂ ਹੁੰਦੀ ਫੇਸਬੁੱਕ। ਦੀਪ ਸਿੱਧੂ ਦੇ ਬਾਰੇ ਦੇ ਵਿੱਚ ਬੜੇ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਆ ਤੇ ਦੀਪ ਸਿੱਧੂ ਖੁਦ ਵੀ ਆਪ ਵੀ ਕਹਿ ਰਿਹਾ ਕਿ ਮੈਂ ਆਪਣੇ ਤਨੋਂ ਮਨੋਂ ਹੋ ਕੇ ਇਸ ਸੰਘਰਸ਼ ਦੇ ਵਿੱਚ ਲੜਿਆ ਸੀਗਾ। ਤੁਹਾਡੀ ਕੀ ਪ੍ਰਤੀਕਿਰਿਆ ਉਹਦੇ ਬਾਰੇ? ਦੀਪ ਸਿੱਧੂ, ਜਿਵੇਂ ਮੈਂ ਪਹਿਲਾਂ ਕਿਹਾ ਨਾ ਕਿ ਬਹੁਤ ਸਾਰੇ ਬੰਦਿਆਂ ਦੇ ਵਾਈਟ ਕਾਲਰਡ ਬੰਦਿਆਂ ਦੇ ਰੋਲ ਬਾਰੇ ਜਿਹੜਾ ਪੋਸਟਮਾਰਟਮ ਬਾਅਦ 'ਚ ਕਰਾਂਗੇ, ਸੋ ਦੀਪ ਸਿੱਧੂ ਦਾ ਵੀ ਬਾਅਦ 'ਚ ਹੀ ਹੋਏਗਾ। ਇੱਕ ਨੌਜਵਾਨ ਦੀ ਸ਼ਹਾਦਤ ਵੀ ਹੋਈ ਆ ਉੱਥੇ। ਮੈਂ ਉਸ ਗੱਲ ਤੇ ਵੀ ਆਉਣਾ ਕਿਉਂਕਿ ਅੱਜ ਹੀ ਉਹਦਾ ਅਰਦਾਸ ਦਿਵਸ ਹੈ। ਦੀਪ ਸਿੱਧੂ ਨੇ ਰੋਲ ਕੀ ਪਲੇ ਕੀਤਾ, ਕਿੰਨਾ ਕੀਤਾ, 25 ਸ਼ਾਮ ਨੂੰ ਕੀ ਕੀਤਾ ਤੇ 26 ਨੂੰ ਕੀ ਕੀਤਾ, ਉਸ ਸਿਰ ਮੈਂ ਦੋ ਗੱਲਾਂ ਕਰਾਂਗਾ। ਜਦੋਂ ਝੰਡਾ ਚਲਾਇਆ ਗਿਆ, ਦੀਪ ਵਾਜ਼ ਨਾਟ ਦੇਅਰ ਐਟ ਰੈੱਡ ਫੋਰਟ, ਉੱਥੇ ਨਹੀਂ ਸੀ ਮੌਜੂਦ। ਦੀਪ 15-20 ਮਿੰਟ ਬਾਅਦ ਆਇਆ ਝੰਡੇ ਚਲਾਉਣ ਤੋਂ ਬਾਅਦ। ਹਾਂ, ਉਹਨੇ ਆ ਕੇ ਕਲੇਮ ਕੀਤਾ, ਜ਼ਿੰਮੇਵਾਰੀ ਲਈ, ਜਿਵੇਂ ਆਪਾਂ ਕਹਿੰਦੇ ਹਾਂ ਜ਼ਿੰਮੇਵਾਰੀ ਲਈ, ਤੇ ਨੌਜਵਾਨ ਨੂੰ ਦੀ ਪ੍ਰੇਜ਼ ਕੀਤੀ, ਉਹਨੂੰ ਸਰੋਪਾ ਦਿੱਤਾ, ਉਹਦੀ ਸਿਫਤ ਸਲਾਹ ਕੀਤੀ। ਦੀਪ ਦਾ ਰੋਲ ਜਿਹੜਾ 15 ਮਿੰਟ ਬਾਅਦ ਸਟਾਰਟ ਹੁੰਦਾ। ਪਰ ਮੈਂ ਇੱਕ ਗੱਲ ਜ਼ਰੂਰ ਹੁਣ ਦੀਪ ਨੂੰ ਕਹਾਂਗਾ ਕਿ ਹੁਣ ਲਾਈਵ ਹੋ ਕੇ ਰੋ ਨਾ। ਜੇ ਬਹਾਦਰੀ ਦਿਖਾਈ ਹੈ ਜ਼ਿੰਮੇਵਾਰੀ ਲੈ ਕੇ, ਤੇ ਹੁਣ ਇਹ ਅਥਰੂ ਸੁੱਟਣ ਦੇ ਨਾਲ ਸਰਕਾਰਾਂ ਨੂੰ ਤੇ ਕਾਨੂੰਨ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੇ ਜਿਹੜਾ ਸ਼ਿਕੰਜਾ ਉਹਨਾਂ ਨੇ ਤੇਰੇ ਖਿਲਾਫ ਕੱਸਣਾ, ਉਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਮੈਂ ਸਮਝਦਾ ਕਿ ਜਦੋਂ ਬਾਰ-ਬਾਰ ਦੀਪ ਸੋਵਰੈਨਿਟੀ ਦੀ ਹੋਂਦ ਦੀਆਂ ਗੱਲਾਂ ਕਰਦਾ ਹੈ ਤੇ ਜਦੋਂ ਐਡੇ ਵੱਡੇ ਸੰਘਰਸ਼ ਲੜੇ ਜਾਂਦੇ ਨੇ ਤੇ ਇਸ ਗੱਲ ਨੂੰ ਮਾਈਂਡ ਵਿੱਚ ਰੱਖ ਕੇ ਲੜੇ ਜਾਂਦੇ ਨੇ ਕਿ ਅਸੀਂ ਸਫ਼ਰ ਵੀ ਕਰਾਂਗੇ, ਜੇਲ੍ਹਾਂ 'ਚ ਵੀ ਜਾਵਾਂਗੇ, ਸ਼ਾਇਦ ਜੇਲ੍ਹਾਂ ਤੋਂ ਵੀ ਵੱਧ ਸਾਨੂੰ ਸਫ਼ਰ ਕਰਨਾ ਪਵੇ। ਪਰ ਉਹ ਜਿਸ ਤਰ੍ਹਾਂ ਜਜ਼ਬਾਤੀ ਹੋ ਰਿਹਾ ਨਾ, ਤੇ ਪੰਜਾਬ ਦੇ ਲੋਕਾਂ ਨੂੰ ਤਾਨਾ ਮਾਰ ਰਿਹਾ, ਮਿਹਣਾ ਮਾਰ ਰਿਹਾ, ਅਹਿਸਾਨ ਜਤਾ ਰਿਹਾ ਕਿ ਮੈਂ ਤੁਹਾਡੇ ਲਈ ਕਰ ਰਿਹਾ। ਬਾਈ ਮੇਰੇ, ਇੱਥੇ ਤਾਂ ਇੱਕ ਪਰਿਵਾਰ ਦੇ 4-4 ਜੀ ਸ਼ਹੀਦ ਹੋ ਗਏ ਨੇ। 10 ਤੋਂ ਲੈ ਕੇ 20-20 ਸਾਲ ਤੱਕ ਲੋਕਾਂ ਨੇ ਜੇਲ੍ਹਾਂ ਕੱਟੀਆਂ ਨੇ, ਤਸ਼ੱਦਦ ਸਿਆ, ਮਾਲ ਮੰਡੀ ਵਰਗੀਆਂ ਇੰਟੈਰੋਗੇਸ਼ਨ ਸੈਂਟਰ 'ਚ ਲੱਤਾਂ ਪੜਵਾਤੀਆਂ ਨੇ। ਉਹਨਾਂ ਨੇ ਕੌਮ 'ਤੇ ਅਹਿਸਾਨ ਨਹੀਂ ਚਾੜਿਆ, ਤੂੰ ਤੇ ਅਜੇ ਸ਼ੁਰੂਆਤ ਕਰ ਰਿਹਾ। ਸੋ ਮੈਨੂੰ ਲੱਗਦਾ ਕਿ ਜੋ ਵੀ ਉਹਦਾ ਰੋਲ ਸੀ, ਅਗਰ ਪੋਜ਼ਿਟਿਵ ਹੈ ਤੇ ਉਹ ਪੋਜ਼ਿਟਿਵ ਸਾਹਮਣੇ ਆਏਗਾ, ਸਮਾਂ ਦੱਸੇਗਾ, ਆਏਗਾ। ਪਰ ਮੈਨੂੰ ਲੱਗਦਾ ਕਿ ਹੁਣ ਉਹਨੂੰ ਮਰਦਾਂ ਵਾਂਗ ਦਲੇਰ ਹੋ ਕੇ ਕਹਿਣਾ ਚਾਹੀਦਾ ਕਿ ਮੈਂ ਜੋ ਕੀਤਾ ਠੀਕ ਕੀਤਾ, ਜੋ ਮੈਂ ਕਲੇਮ ਕੀਤਾ ਸੀ ਉਹ ਠੀਕ ਕੀਤਾ। ਤੇ ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਾਂ, ਵਕੀਲ ਹਾਂ, ਮੈਂ ਕਾਨੂੰਨ ਨੂੰ ਤੇ ਸਰਕਾਰਾਂ ਨੂੰ ਨਜਿੱਠਾਂਗਾ, ਚੈਲੰਜ ਦਿਆਂਗਾ। ਉਹ ਪੋਲੀਟੀਕਲੀ ਵੀ ਚੈਲੰਜ ਦੇਵੇ ਸਰਕਾਰ ਨੂੰ ਤੇ ਕੋਰਟ ਦੇ ਵਿੱਚ ਵੀ ਚੈਲੰਜ ਦੇਵੇ, ਔਰ ਦਲੇਰੀ ਦੇ ਨਾਲ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਕੇ ਅੱਗੇ ਵਧੇ। ਬਿਲਕੁਲ, ਦੀਪ ਸਿੱਧੂ ਦਾ ਇਹ ਕਹਿਣਾ ਸੀਗਾ ਕਿ ਮੈਨੂੰ ਸਰਕਾਰ ਤੋਂ ਜਾਂ ਕਾਨੂੰਨ ਤੋਂ ਡਰ ਨਹੀਂਗਾ, ਮੈਨੂੰ ਜਦੋਂ ਆਪਣਿਆਂ ਨੇ ਗਦਾਰ ਕਹਿਤਾ ਉਸ ਚੀਜ਼ ਦਾ ਰੋਸ ਜਿਹੜਾ ਜ਼ਰੂਰ ਕੀਤਾ। ਜਿਨ੍ਹਾਂ ਨੇ ਗਦਾਰ ਕਿਹਾ ਉਹਨਾਂ ਦੇ ਸਾਰੇ ਜਿਹੜੇ ਐਲੀਗੇਸ਼ਨਸ ਨੇ ਉਹ ਸਵਾਲੇ ਚਿੰਨ੍ਹ ਨੇ। ਜਦੋਂ ਅਸੀਂ ਕਹਿ ਰਹੇ ਹਾਂ ਕਿ ਰਾਜੇਵਾਲ ਤੇ ਉਹਦੇ ਸਾਥੀਆਂ ਦੇ ਜਿਹੜੀ ਬਿਆਨਬਾਜ਼ੀ ਹੈ ਉਹ ਬਹੁਤ ਮੰਦਭਾਗੀ ਹੈ, ਰਾਜੇਵਾਲ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਕਿ ਤੁਹਾਡੇ ਕਹੇ ਤੇ ਕਿਸੇ ਨੇ ਗਦਾਰ ਨਹੀਂ ਹੋ ਜਾਣਾ। ਤੁਸੀਂ ਜਿੰਨਾ ਮਰਜ਼ੀ ਖਿਤਾਬ ਵੰਡ ਦਿਓ, ਕਿਸੇ ਨੇ ਤੁਹਾਡੇ ਕਹੇ ਤੇ ਗੱਦਾਰ ਨਹੀਂ ਹੋ ਜਾਣਾ। ਗੱਦਾਰੀ ਲਈ ਬਹੁਤ ਕੁਝ ਦੇਖਣਾ ਪੈਂਦਾ, ਬਹੁਤ ਇੱਕ ਲੰਬੀ ਤੇ ਡੂੰਘੀ ਜਾਂਚ ਕਰਨੀ ਪੈਂਦੀ ਹੈ। ਹਰ ਇੱਕ ਦੇ ਰੋਲ ਨੂੰ ਹਾਲੀ ਨਾ ਬਹੁਤ ਥੋੜ੍ਹਾ ਪਤਾ ਹੈ, ਟੋਟਿਆਂ 'ਚ ਪਤਾ ਹੈ। ਜਦੋਂ ਤੱਕ ਪੂਰਨ ਰੂਪ ਦੇ ਵਿੱਚ ਨਹੀਂ ਨਾ ਪਤਾ ਲੱਗਦਾ, ਉਨੀ ਦੇਰ ਤੱਕ ਕਿਸੇ ਦੇ ਬਾਰੇ ਆਪਾਂ ਸਵਾਲੇ 'ਚ ਨਹੀਂ ਲਾ ਸਕਦੇ। ਰੋਲ ਹੋ ਸਕਦਾ ਕਿਤੇ ਹੋਰ ਕਿਸੇ ਦਾ ਗਲਤ ਹੋਵੇ, ਪਰ ਈਵਨ ਮੈਂ ਇੱਕ
ਇੰਟਰਵਿਊ ਦੇਖੀ ਹੈ ਦੀ ਦੀਪ ਦੀ ਲਾਈਵ ਹੋ ਕੇ ਜਿਹੜਾ ਉਹਨੇ ਗੱਲ ਕੀਤੀ ਹੈ, ਉਹ ਖੁਦ ਮੰਨ ਰਿਹਾ ਕਿ ਸਾਨੂੰ ਲੱਗਦਾ ਕਿ ਅਸੀਂ ਟਰੈਪ ਸੀਗੇ। ਉਹ ਖੁਦ ਮੰਨਦਾ ਕਿ ਅਸੀਂ ਯੂਜ਼ ਹੋ ਗਏ ਹਾਂ। ਤੇ ਜਦੋਂ ਉਹ ਮੰਨ ਰਿਹਾ ਤੇ ਆਪਾਂ ਉਹਨੂੰ ਇੱਕ ਬੈਨੀਫਿਟ ਆਫ ਡਾਊਟ ਦਿੰਨੇ ਆ। ਆਪਾਂ ਕਹਿੰਦੇ ਆ ਕਿ ਇਹ ਗੱਲ ਸਾਹਮਣੇ ਆਉਣ ਦਿੰਨੇ ਆ, ਕੋਈ ਨਹੀਂ ਬਾਅਦ ਚ ਦੇਖਦੇ ਆ। ਪਰ ਰਾਜੇਵਾਲ ਦੇ ਕਹਿਣ ਤੇ ਕੋਈ ਗੱਦਾਰ ਨਹੀਂ ਹੋ ਸਕਦਾ। ਇਹ ਦੀਪ ਨੂੰ ਸਮਝ ਲੈਣਾ ਚਾਹੀਦਾ, ਕੋਈ ਉਹ ਤੋਂ ਪਿੱਛੇ ਨਹੀਂ ਹਟਿਆ। ਮੇਰੇ ਖਿਆਲ ਹੈ ਕਿ ਸਾਰਿਆਂ ਨੇ ਉਹਨੂੰ ਮੌਕਾ ਦੇਣਾ ਹੈ ਔਰ ਦੇ ਰਹੇ ਨੇ ਉਹਨੂੰ। ਬਸ ਦੇਖੋ, ਜਦੋਂ ਤੁਸੀਂ ਸੋਵਰੈਨਿਟੀ ਦੀਆਂ ਲੜਾਈਆਂ ਲੜੋ ਨਾ, ਫਿਰ ਕਮਜ਼ੋਰ ਦਿਲ ਨਹੀਂ ਹੋਣਾ ਚਾਹੀਦਾ, ਫਿਰ ਦਿਲ ਜਿਹੜਾ ਬਹਾਦਰਾਂ ਵਾਲਾ ਹੋਣਾ ਚਾਹੀਦਾ। ਐਡੀ ਵੱਡੀ ਬ੍ਰਵੈਡੋ ਕਰਕੇ 26 ਨੂੰ ਤੇ ਫਿਰ ਆਪਾਂ ਕਹੀਏ ਕਿ ਆਪਾਂ ਹੁਣ ਜੀ ਸਾਨੂੰ ਕੌਮ ਛੱਡ ਗਈ ਹੈ। ਕੌਮਾਂ ਇੱਦਾਂ ਹੀ ਛੱਡਦੀਆਂ ਹੁੰਦੀਆਂ ਨੇ। ਜਿਨ੍ਹਾਂ ਨੇ 84 ਤੋਂ ਲੈ ਕੇ ਹੁਣ ਤੱਕ ਸੰਘਰਸ਼ ਲੜੇ ਨੇ, ਇੱਕ ਇੱਕ ਬੰਦੇ ਨੂੰ ਪੁੱਛ ਕੇ ਤਾਂ ਦੇਖ ਲੈ, ਕੌਮਾਂ ਇੱਦਾਂ ਹੀ ਸਾਥ ਦਿੰਦੀਆਂ ਵੀ ਨੇ, ਪਿੱਛੇ ਵੀ ਹਟਦੀਆਂ ਨੇ। ਜਦੋਂ ਸਰਕਾਰੀ ਤਸ਼ੱਦਦ ਹੋਵੇ, ਕੇਸਾਂ ਦੇ ਮੂੰਹ ਖੁੱਲ੍ਹੇ ਹੋਣ, ਉਦੋਂ ਲੋਕ ਇੱਕ ਵਾਰੀ ਡਰਦੇ ਹੁੰਦੇ ਨੇ। ਪਰ ਇਹ ਇੱਕ ਵਕਤੀ ਫੇਜ਼ ਹੁੰਦਾ। ਲੀਡਰਾਂ ਨੇ ਇਹ ਫੇਜ਼ ਨੂੰ ਲੰਘਾਉਣਾ ਹੁੰਦਾ। ਤੇ ਜੇ ਉਹ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਤੇ ਅੱਗੇ ਇਸ ਪਬਲਿਕ ਦੇ ਵਿੱਚ ਪਬਲਿਕ ਫਿਗਰ ਬਣਨਾ, ਤੇ ਫਿਰ ਉਹਨੂੰ ਨਾ, ਮੈਨੂੰ ਲੱਗਦਾ ਕਿ ਹਿੰਮਤ ਤੇ ਦਮ ਰੱਖਣਾ ਚਾਹੀਦਾ। ਕੁਝ ਨੌਜਵਾਨ ਜਿਹੜੇ 26 ਤਰੀਕ ਨੂੰ ਪਹਿਲਾਂ ਤਾਂ ਪਰਿਵਾਰਾਂ ਨਾਲ ਸੰਪਰਕ ਨਹੀਂ ਸੀ ਹੋ ਰਿਹਾ, ਹੁਣ ਚਲੋ ਹੌਲੀ ਹੌਲੀ ਪਤਾ ਲੱਗਦਾ ਜਾ ਰਿਹਾ ਕਿ ਕੌਣ ਕਿੱਥੇ ਹੈਗਾ ਆ, ਤੇ ਉਹਨਾਂ ਦੇ ਉੱਤੇ ਵੀ ਕੇਸ ਜਿਹੜੇ ਆ ਉਹ ਪਾਏ ਗਏ। ਉਹਨਾਂ ਨੇ ਇਹ ਕਿਹਾ ਕਿ ਸਾਨੂੰ ਪੁਲਿਸ ਨੇ ਇਹ ਕਹਿ ਕੇ ਗੱਡੀ 'ਚ ਬਿਠਾਇਆ ਕਿ ਆਓ ਤੁਹਾਨੂੰ ਉੱਥੇ ਛੱਡ ਆਉਂਦੇ ਆ, ਕਿਉਂਕਿ ਕੁਝ ਜਿਹੜੇ ਸੀ ਉਹ ਪਹਿਲੀ ਵਾਰਾਂ ਦਿੱਲੀ ਗਏ ਸੀ, ਪਤਾ ਨਹੀਂ ਸੀ ਰਸਤਿਆਂ ਦਾ। ਤੇ ਉਹਨਾਂ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? 122 ਬੰਦੇ ਨੌਜਵਾਨ ਗ੍ਰਿਫਤਾਰ ਨੇ ਜਿਹੜੇ ਤਿਹਾੜ ਜੇਲ੍ਹ 'ਚ ਨੇ। ਮੈਨੂੰ ਲੱਗਦਾ ਕਿ 120 ਅੰਦਰ ਨੇ ਤੇ 2 ਮਾਈਨਰ ਹੋਣ ਕਰਕੇ ਛੱਡ ਦਿੱਤੇ ਗਏ ਨੇ। ਨੰਬਰ 1। ਨੰਬਰ 2 ਤੇ ਜਿਹੜੀ ਗੱਲ ਹੈਗੀ ਹੈ ਕਿ ਬੜੀ ਕਲੀਅਰ ਹੈ ਕਿ ਜਿਹੜਾ ਸੰਯੁਕਤ ਮੋਰਚਾ ਉਹਨੇ ਇਹਨਾਂ ਗ੍ਰਿਫਤਾਰੀਆਂ ਨੂੰ, ਤੇ ਜਿਹੜਾ ਇੱਕ ਸਿੰਘ ਸ਼ਹੀਦ ਹੋਇਆ, ਮੈਂ ਸਮਝਦਾ ਕਿ ਉੱਥੇ ਮੌਤਾਂ ਬਹੁਤ ਹੋਈਆਂ, ਐਕਸੀਡੈਂਟ ਨਾਲ ਹੋਈਆਂ, ਹਾਰਟ ਅਟੈਕ ਨਾਲ ਹੋਈਆਂ, ਹੋਰ ਪਰੇਸ਼ਾਨੀਆਂ ਨਾਲ, ਸਟ੍ਰੈਸ ਨਾਲ ਹੋਈਆਂ। ਪਰ ਪੁਲਿਸ ਗੋਲੀ ਨਾਲ ਸ਼ਹੀਦ ਹੋਣ ਵਾਲਾ ਨਵਪ੍ਰੀਤ ਸਿੰਘ ਜਿਹੜਾ ਰੁਦਰਪੁਰ ਦਾ, ਉੱਤਰ ਪ੍ਰਦੇਸ਼ ਦਾ, ਉਹ ਪਹਿਲਾ ਸਿੱਖ ਨੌਜਵਾਨ ਹੈ। ਉਹ ਪੰਥਕ ਪਰਿਵਾਰ ਹੈ। ਉਹਦਾ ਪਿਤਾ ਜਿਹੜਾ ਹੈ ਹਰਦੀਪ ਸਿੰਘ ਡਿਬਡਬਾ, ਉਹ ਪੰਥ ਦੇ ਵਿੱਚ ਵਿਚਰਿਆ ਪਰਿਵਾਰ ਹੈ, ਸਤਿਕਾਰਤ ਪਰਿਵਾਰ ਹੈ। ਅੱਜ ਵੀ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਨੇ, ਈਵਨ ਦਲ ਖਾਲਸਾ ਦੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵੀ ਉੱਥੇ ਗਏ ਹੋਏ ਨੇ, ਉਹਨਾਂ ਦੇ ਪਿੰਡ ਗਏ ਹੋਏ ਨੇ ਅਰਦਾਸ ਸਮਾਗਮ ਵਿੱਚ ਹਿੱਸਾ ਲੈਣ। ਇੱਦਾਂ ਦੇ ਸ਼ਹੀਦਾਂ ਨੂੰ ਜਾਂ ਜਿਹੜੇ ਗ੍ਰਿਫਤਾਰ ਹੁੰਦੇ ਨੇ, ਉਹਨਾਂ ਨੂੰ ਰਾਜੇਵਾਲ ਦੀ ਸਟੇਜ ਵੱਲੋਂ ਡਿਸਓਨ ਕਰਨਾ ਬਹੁਤ ਗਲਤ ਪਿਰਤਾ ਹੈ, ਬਹੁਤ ਮੰਦਭਾਗੀ ਪਿਰਤਾ ਹੈ। ਮੈਂ ਸਮਝਦਾ ਕਿ ਬੀਬੀ ਜਗੀਰ ਕੌਰ ਦਾ ਜਿਹੜਾ ਪਿਛਲੇ ਦਿਨਾਂ 'ਚ ਬਿਆਨ ਸੀ ਕਿ ਰਾਜੇਵਾਲ ਤੇ ਉਹਦੀਆਂ ਯੂਨੀਅਨਸ ਨੂੰ ਹੁਣ ਨੌਜਵਾਨਾਂ ਨੂੰ ਡਿਸਓਨ ਨਹੀਂ ਕਰਨਾ ਚਾਹੀਦਾ। ਸਾਰੇ ਮਰਦਾਂ ਨਾਲੋਂ ਇਸ ਔਰਤ ਨੇ ਸਭ ਤੋਂ ਦਲੇਰਾਨਾ ਸਟੈਂਡ ਲੈ ਕੇ ਉਹ ਬਿਆਨ ਦਿੱਤਾ ਸੀ। ਔਰ ਵਾਕਈ ਗੱਲ ਠੀਕ ਹੈ। ਮੈਂ ਵੀ ਬੀਬੀ ਜਗੀਰ ਕੌਰ ਦੀ ਉਸ ਗੱਲ ਨੂੰ ਪ੍ਰੋੜਤਾ ਵੀ ਕਰਦਾ ਕਿ ਬਿਲਕੁਲ ਕਿਸੇ ਵੀ ਕਿਸਾਨ ਯੂਨੀਅਨ ਨੂੰ ਇਹ ਹੁਣ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਤੁਸੀਂ ਨੌਜਵਾਨਾਂ ਨੂੰ ਡਿਸਓਨ ਕਰੋ। ਉਹ ਤੁਹਾਡੀ ਕਾਲ ਤੇ ਗਏ ਨੇ, ਤੁਸੀਂ ਬੁਲਾ ਰਹੇ ਹੋ ਕਿ ਹਜ਼ਾਰਾਂ ਲੱਖਾਂ ਲੋਕਾਂ ਨੂੰ ਬੁਲਾ ਰਹੇ ਹੋ। ਉਹਨਾਂ ਕੋਲੋਂ ਕੀ ਕਰਵਾਉਣਾ ਸੀ? ਮਾਰਚ ਹੀ ਤੇ ਕਰਨਾ ਸੀ। ਤੇ ਜਿਹੜਾ ਮਾਰਚ ਉਹ ਕਰਨ ਗਏ ਨੇ, ਜੇ ਉਸ ਮਾਰਚ ਦੇ ਵਿੱਚ ਬੈਰੀਕੇਡ ਟੁੱਟਦੇ ਨੇ ਤੇ ਬੈਰੀਕੇਡ ਟੁੱਟਣਗੇ ਹੀ। ਜਦੋਂ ਅੱਗੇ ਰੋਕੇ ਜਾਣਗੇ ਤੇ ਬੈਰੀਕੇਡ ਟੁੱਟਣਗੇ। ਤੁਸੀਂ ਹੁਣ ਉਸ ਗਿਣਤੀਆਂ ਮਿੰਤੀਆਂ 'ਚ ਪੈ ਰਹੇ ਹੋ, ਸਾਜ਼ਿਸ਼ਾਂ ਦੇ ਜਿਹੜੇ ਇੱਕ ਜਾਲ ਬੁਣ ਰਹੇ ਹੋ। ਇਹ ਬੇਕਾਰ ਦੀਆਂ ਗੱਲਾਂ ਆਪਾਂ ਬਾਅਦ 'ਚ ਕਰ ਲਾਂਗੇ। ਪਰ ਹੁਣ ਜਿਹੜੇ ਨੌਜਵਾਨ ਅੰਦਰ ਨੇ, ਉਹਨਾਂ ਦੀ ਪੈਰਵਾਈ ਹੋਣੀ ਚਾਹੀਦੀ ਹੈ। ਤੇ ਜਿਹੜਾ ਸਿੰਘ ਸ਼ਹੀਦ ਹੋਇਆ, ਉਹਨੂੰ ਅਸੀਂ ਅੱਜ ਵੀ ਇੱਥੇ ਵੀ ਦਰਬਾਰ ਸਾਹਿਬ 'ਚ ਵੀ ਸ਼ਰਧਾਂਜਲੀ ਦਿੱਤੀ ਹੈ, ਤੇ ਉਹਦੇ ਪਿੰਡ ਵੀ ਗਏ ਹਾਂ, ਤੇ ਜਿੱਥੇ ਜਿੱਥੇ ਵੀ ਮਤਲਬ ਅਸੀਂ, ਉਹ ਸਾਡੀਆਂ ਅੱਖਾਂ ਦਾ ਤਾਰਾ, ਅਸੀਂ ਉਸ ਨੂੰ ਨਤਮਸਤਕ ਹੁੰਦੇ ਹੋਏ ਉਹਦੀ ਸ਼ਹਾਦਤ ਨੂੰ ਪ੍ਰਵਾਨ ਕਰਦੇ ਹੋਏ ਉਹਨੂੰ ਸਜਦਾ ਕਰਦੇ ਹਾਂ। ਮੌਜੂਦਾ ਜਿਹੜੀ ਸਰਕਾਰ ਦੀ ਹੁਣ ਰਣਨੀਤੀ ਚੱਲ ਰਹੀ ਹੈ, ਉੱਥੇ ਬੜੇ ਵੱਡੇ ਕਿੱਲ ਜਿਹੜੇ ਆ ਉਹ ਸੀਮੈਂਟ ਦੇ ਨਾਲ ਉੱਥੇ ਲਾਏ ਜਾ ਰਹੇ ਆ, ਉੱਥੇ ਘੇਰਾਬੰਦੀ ਕੀਤੀ ਜਾ ਰਹੀ ਆ, ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਹਿਟਲਰ ਨਾਲੋਂ ਵੀ ਮੋਦੀ ਨੇ 2 ਕਦਮ ਅੱਗੇ ਜਾ ਕੇ ਆਪਣਾ ਫਾਸੀਵਾਦੀ ਏਜੰਡਾ ਜਿਹੜਾ ਉਹ ਨਸ਼ਰ ਕਰ ਦਿੱਤਾ। ਜਿਸ ਤਰੀਕੇ ਦੇ ਨਾਲ ਉਹਦੀ ਬੈਰੀਕੇਟਿੰਗ ਹੋ ਗਈ ਹੈ, ਕਿਤੇ ਲੱਗਦਾ ਇੰਡੀਆ ਡੈਮੋਕ੍ਰੈਟਿਕ ਕੰਟਰੀ ਹੈ, ਕਿਤੇ ਮਤਲਬ ਟੋਟਲੀ ਅਨਡੈਮੋਕ੍ਰੈਟਿਕ, ਟੋਟਲੀ ਆਟੋਕਰੈਟਿਕ ਰਜੀਮ ਹੈ ਮੋਦੀ ਦੀ। ਔਰ ਅਜੇ ਵੀ ਜਿਹੜੇ ਹਾਲਾਂਕਿ ਦੁਨੀਆ ਦੇ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਬੜੀਆਂ ਪ੍ਰੋਮੀਨੈਂਟ ਸੈਲੀਬ੍ਰਿਟੀਜ਼ ਨੇ ਫਾਰਮਸ ਅੰਦੋਲਨ ਨੂੰ ਸਪੋਰਟ ਕਰ ਦਿੱਤੀ ਹੈ। ਤੇ ਬੇਸ਼ਰਮੀ ਦੇ ਨਾਲ ਕੁਝ ਬਾਲੀਵੁੱਡ ਦੇ ਐਕਟਰ ਗਵਰਨਮੈਂਟ ਦਾ ਸਾਥ ਦੇ ਰਹੇ ਨੇ। ਮਤਲਬ ਦੇਖੋ ਜ਼ਮੀਰ ਕਿੱਦਾਂ ਵਿਕਦੀ ਹੈ, ਇਹ ਇੰਡੀਆ ਦੇ ਬਾਲੀਵੁੱਡ ਦੇ ਐਕਟਰਸ ਤੋਂ ਦੇਖੋ, ਤੇ ਇੰਡੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਤੋਂ ਦੇਖੋ ਕਿ ਕਿਵੇਂ ਜ਼ਮੀਰ ਜਿਹੜੀ ਹੈ ਉਹ ਗਿਰਵੀ ਰੱਖੀ ਜਾਂਦੀ ਹੈ। ਮਤਲਬ ਹੱਦ ਹੈ। ਅਡਵਾਨੀ ਕਿਹਾ ਕਰਦਾ ਸੀਗਾ ਕਿ ਐਮਰਜੈਂਸੀ ਵੇਲੇ ਮੀਡੀਆ ਨੂੰ ਝੁਕਣ ਲਈ ਕਿਹਾ,
ਉਹਨੇ ਕ੍ਰੋਲਿੰਗ ਸ਼ੁਰੂ ਕਰ ਦਿੱਤੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਤੇ ਕ੍ਰੋਲਿੰਗ ਤੋਂ ਵੀ ਥੱਲੇ ਚਲਾ ਗਿਆ ਮੀਡੀਆ ਔਰ ਜਿਹੜੇ ਬਾਲੀਵੁੱਡ ਐਕਟਰਸ ਨੇ ਜਿਨ੍ਹਾਂ ਨੇ ਕੱਲ ਗਵਰਨਮੈਂਟ ਆਫ ਇੰਡੀਆ ਦੀ ਸਪੋਰਟ ਕੀਤੀ ਹੈ। ਸੋ ਇਹ ਤਾਂ ਹਾਲ ਹੈ ਕਿ ਡੈਮੋਕ੍ਰੇਸੀ ਤਾਂ ਸਿਰਫ ਇੱਕ ਨਾਂ ਦੀ ਰਹਿ ਗਈ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭਾਈ ਕੰਵਰਪਾਲ ਸਿੰਘ ਦਲ ਖਾਲਸਾ ਦੇ ਸਪੋਕਸਪਰਸਨ ਜਿਨ੍ਹਾਂ ਨੇ ਗੱਲਬਾਤ ਕੀਤੀ ਦਿੱਲੀ ਸੰਘਰਸ਼ ਦੇ ਵਿੱਚ ਜੋ ਕੁਝ ਪਿੱਛੇ ਹੋਇਆ ਤੇ ਅਗਾਂਹ ਗਵਰਨਮੈਂਟ ਜਿਹੜੀ ਆ ਉਹ ਕਿਵੇਂ ਚੱਲ ਰਹੀ ਆ ਉਸ ਦੀ ਸਮੁੱਚੀ ਜਿਹੜੀ ਗੱਲਬਾਤ ਆ ਉਹ ਸਾਡੇ ਨਾਲ ਕੀਤੀ। ਇੱਥੇ ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।